बिस्मिल्लाहिर्रहमानिर्रहीम अस्सलाम वालेकुम नाजरीन तुसी वेख रहे हो सोनी वाई चैनल ते मैं तुहाडा मेज़बान अवैस औजला। अज असीं अपने नाजरीन नाल जिहड़ा बंदा हाई लैवल ते बफलो का कारोबार करना चाहता, मज्झां का कारोबार करना चाहता, ਉਹਦੇ ਵਾਸਤੇ ਮੁਕੰਮਲ ਜਿਹੜਾ ਸਟਰਕਚਰ ਕਿੰਨਾ ਹੋਣਾ ਚਾਹੀਦਾ, ਉਹਦੇ ਵਾਸਤੇ ਖਰਚਾ ਤਕਰੀਬਨ ਕਿੰਨਾ ਹੋਣਾ ਚਾਹੀਦਾ, ਸਾਰਾ ਸੈਟਅਪ ਕਿੰਨੀ ਜਗ੍ਹਾ ਹੋਣੀ ਚਾਹੀਦੀ ਹੈ, ਕਿੰਨਾ ਉਹਦਾ ਖਰਚਾ ਹੈ, ਮੰਥਲੀ ਉਹਦੀ ਆਮਦਨ ਕਿੰਨੀ ਹੈ, ਉਹਦੇ ਵਾਸਤੇ ਕਿੰਨੀ ਕੁ ਲੇਬਰ ਹੈ, ਉਹ ਜਿਹੜੀ ਇਹਨਾਂ ਇਨਸਾਨ ਨੂੰ ਦਰਕਾਰ ਹੈ, ਮੁਕੰਮਲ ਜਿਹੜਾ ਨਾ ਉਹਦਾ ਜਿਹੜਾ ਗੋਬਰ ਹੈ ਉਹ ਹੀ ਇਸਤੇਮਾਲ ਕਰ ਸਕਦੇ ਜਾਂ ਨਹੀਂ ਕਰ ਸਕਦੇ, ਮੁਕੰਮਲ ਜਿਹੜੀ ਇਨਫੋਰਮੇਸ਼ਨ ਹੈ ਤਦਾਦ ਕਿੰਨੀ ਤਦਾਦ ਵਾਸਤੇ ਕਿੰਨੀ ਕੁ ਜਗ੍ਹਾ ਹੋਣੀ ਚਾਹੀਦੀ ਹੈ, ਉਹਦੇ ਵਾਸਤੇ ਲੇਬਰ ਕਿੰਨੀ ਕੁ ਹੋਣੀ ਚਾਹੀਦੀ ਹੈ, ਚਾਰਾ ਜਿਹੜਾ ਉਹ ਕਿੰਨਾ ਕੁ ਹੋਣਾ ਚਾਹੀਦਾ, ਯਾਨੀ ਕਿ ਮੁਕੰਮਲ ਜਿਹੜਾ ਨਾ ਸਟਰਕਚਰ ਹੈ ਕੋਈ ਹਾਈ ਲੈਵਲ ਤੇ ਬਫਲੋ ਦਾ ਕਾਰੋਬਾਰ ਕਰਨਾ ਚਾਹ ਰਿਹਾ ਤੇ ਉਹਦੇ ਵਾਸਤੇ ਯਾਨੀ ਕਿ ਹਰ ਚੀਜ਼ ਜਿਹੜੀ ਰਿਕੁਆਇਰ ਹੈ ਬਫਲੋ ਦੇ ਕਾਰੋਬਾਰ ਵਾਸਤੇ ਉਹ ਆਪਣੇ ਨਾਲ ਹੀ ਨਾਜ਼ਰੀਨ ਨਾਲ ਸ਼ੇਅਰ ਕਰਾਂਗੇ। ਉਹ ਇਸ ਤੋਂ ਪਹਿਲਾਂ ਹੀ ਆਪਣੇ ਫਾਰਮਰ ਭਾਈ ਕੋ ਜਾਣਦੇ ਆ ਜਿਹੜੇ ਕੰਮ ਕਰ ਰਹੇ ਨੇ, ਠੀਕ ਹੈ। ਉਹਨਾਂ ਜਾਣ ਤੋਂ ਪਹਿਲਾਂ ਅਗਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰੋ ਤਾਂ ਕਿ ਹਰ ਨਈ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਉਹਦੇ ਤੋਂ ਫਾਇਦਾ ਉਠਾ ਸਕੋ ਤੇ ਜ਼ਿਆਦਾ ਫਾਇਦਾ ਉਠਾ ਸਕੋ, ਕਿਉਂਕਿ ਇਸ ਟਾਈਮ ਤੁਹਾਨੂੰ ਪਤਾ ਓਵਰਸੀਜ਼ ਜਿਹੜੇ ਲੋਕੀ ਨੇ ਉਹ ਉੱਥੇ ਬੜੇ ਜਿਹੜੇ ਮੰਦੇ ਹਾਲ ਨੇ। ਅਗਰ ਇੱਥੇ ਕੋਈ ਇਨਸਾਨ ਇਹੋ ਜਿਹਾ ਜਿਹੜੇ ਨਾ ਥੋੜਾ ਜਿਹਾ ਖਰਚਾ ਕਰਕੇ 50-60 ਲੱਖ ਜਿਹਨੂੰ ਕੋਈ ਥੋੜਾ ਹੈ ਹੋਵੇ ਉਹ ਕੰਮ ਕਰਨਾ ਚਾਹੇ ਤੇ ਮਾਸ਼ਾਅੱਲਾ ਉਹ ਜਿਹੜੀ ਅੱਛੀ ਜਿਹੜਾ ਨਾ ਉਹ ਆਮਦਨ ਬਾਹਰਾਂ ਦੀ ਨਿਸਬਤ ਇੱਥੇ ਕਮਾ ਸਕਦਾ ਹੈ। ठीक है, ਅਸੀਂ ਹੁਣ ਆਪਣੇ ਫਾਰਮਰ ਭਾਈ ਕੋ ਜਾਣਦੇ ਆ ਜਿਨ੍ਹਾਂ ਜਿਹੜਾ ਸੈਟਅਪ ਕੀਤਾ ਮੁਕੰਮਲ ਜਿਹੜੀ ਹੈ ਨਾ ਇਨਫੋਰਮੇਸ਼ਨ ਉਹਨਾਂ ਨੂੰ ਪੁੱਛ ਕੇ ਤੁਹਾਡੇ ਨਾਲ ਸ਼ੇਅਰ ਕਰਨੇ। अस्सलाम वालेकुम। वालेकुम अस्सलाम। हाँ जी भाई, अपना तारा अपना नाम बताओ। भाई मेरा नाम यासर हुसैन है, हमीरपुर सजदा में रहने वाला हूँ। हाँ जी। ते केड़ा जिला है? साडा जिला गुजरांवाला। ते माशाअल्लाह ਜਿਹੜਾ ਤੁਹਾਡਾ ਬਫਲੋ ਦਾ ਕਾਰੋਬਾਰ ਇਹ ਕਿੰਨੀਆਂ ਕੁ ਤੁਹਾਡੇ ਕੋਲ ਇਸ ਟਾਈਮ ਮੱਝਾਂ ਨੇ? ਸਾਡੇ ਕੋਲ ਮਾਸ਼ਾਅੱਲਾ 50 ਮੱਝਾਂ ਨੇ ਔਰ ਦੂਸਰੇ ਨੰਬਰ ਤੇ ਪਿੱਛੋਂ ਜਿਹੜਾ ਦੁੱਧ ਦਾ ਕਾਰੋਬਾਰ ਹੈ ਉਹ ਅਸੀਂ ਤਕਰੀਬਨ 30 ਮੱਝਾਂ ਜਿਹੜੀਆਂ ਨੇ ਉਹ ਸੂਣ ਵਾਲੀਆਂ ਨੇ, 20 ਮੱਝਾਂ ਦਾ ਦੁੱਧ ਚੋ ਰਹੇ ਆ ਜਿਨ੍ਹਾਂ ਦਾ ਅਸੀਂ ਖਰੀਦੋ ਫਰੋਖਤ ਕਰਨੇ ਆ। ਦੂਸਰੇ ਨੰਬਰ ਤੇ ਜਿਹੜਾ ਇਹਨਾਂ ਦਾ ਖਾਣ ਪੀਣ ਦਾ ਖਰਚਾ ਹੈ ਖੁਰਾਕ ਦਾ ਉਹ ਅਸੀਂ ਫਿਲਹਾਲ ਜਿਸ ਹਾਲ 'ਚ ਭਾਈ ਅਵੈਸ ਸਾਹਿਬ ਸਾਡੇ ਕੋਲ ਆਏ ਨੇ ਇਸ ਮੌਕੇ 'ਤੇ ਅਸੀਂ ਤੂੜੀ ਦਾ ਜਿਹੜਾ ਗੁਤਾਵਾ ਉਹ ਕਰ ਰਹੇ ਹਾਂ, ਜਿਸ ਵਜ੍ਹਾ ਤੋਂ ਜਿਹੜੀ ਖਲ ਹੈ ਫੀਡ ਹੈ ਉਹਦਾ ਅਸੀਂ ਜੋ ਚਾਰਾ ਪਾ ਰਹੇ ਹਾਂ ਜੀ। ਦੂਸਰੇ ਨੰਬਰ ਤੇ ਠੀਕ ਹੈ, ਤੇ ਇਹ ਤਕਰੀਬਨ ਤੁਹਾਡੇ ਕੋਲ ਕਿਹੜੀ ਨਸਲ ਦੀ ਮੱਝ ਹੈ ਇਸ ਟਾਈਮ? ਸਾਡੇ ਕੋਲ ਮਾਸ਼ਾਅੱਲਾ ਹਰ ਕਿਸਮ ਦੀ ਮੱਝਾਂ ਪਾਈਆਂ ਜਾਂਦੀਆਂ ਨੇ, ਕਿਉਂਕਿ ਇੰਨੀ ਤਾਦਾਦ ਵਿੱਚ ਹਰ ਕਿਸਮ ਦੀ ਮੱਝ ਸਾਡਾ ਇਹ ਜ਼ਹਿਨ ਹੁੰਦਾ ਹੈ ਅੱਛੀ ਤੋਂ ਅੱਛੀ ਸਾਨੂੰ ਮੱਝ ਮਿਲੇ। ਤੇ ਮਾਸ਼ਾਅੱਲਾ ਜਿਹੜਾ ਕਾਰੋਬਾਰ ਹੈ ਤੁਸੀਂ ਇਹ ਕਿੰਨੇ ਸਾਲਾਂ ਤੋਂ ਕਾਰੋਬਾਰ ਕਰ ਰਹੇ ਹੋ? ਜੀ ਭਾਈ ਇਹਦਾ ਅਲਹਮਦੁਲਿਲਾ ਅਸੀਂ ਸ਼ੁਰੂ ਤੋਂ ਇਹ ਕਾਰੋਬਾਰ ਸਾਡਾ ਅੱਬੂ ਹੋਰਾਂ ਦਾ ਵੀ ਸਾਡਾ ਵੀ ਪਦਾਇਸ਼ੀ ਸਮਝ ਲਓ ਕਾਰੋਬਾਰ ਹੀ ਹੈ। ਤੇ ਮਾਸ਼ਾਅੱਲਾ ਯਾਸਰ ਭਾਈ, ਤੇ ਇਹ ਕੋਈ ਕਿੰਨੇ ਚ ਇੱਕ ਮੱਝ ਯਾਨੀ ਕਿ ਪਤਾ ਤੁਹਾਨੂੰ ਕੋਹਾਂ ਖਰੀਦੀ ਸੀ ਹਾਲ ਸ਼ੁਰੂ ਤੋਂ ਪਤਾ ਹੈ? ਮਾਸ਼ਾਅੱਲਾ ਸਾਡੇ ਕੋਲ ਮੱਝਾਂ 50 ਨੇ ਤੇ ਇਹ ਕੀਮਤ ਇਹਨਾਂ ਦੀ 2 ਲੱਖ, ਪੌਣੇ 2 ਲੱਖ, 2.5 ਲੱਖ ਆ ਰੇਂਜ ਤੱਕ। ਤੇ ਮਾਸ਼ਾਅੱਲਾ ਇਹਨਾਂ ਤੋਂ ਸਭ ਤੋਂ ਜ਼ਿਆਦਾ ਜਿਹੜੀ ਤੁਹਾਡੇ ਕੋਲ ਕੋਈ ਨਾਮਵਰ ਕੋ ਮੱਝ ਜਿਹੜੇ ਸਭ ਨਾਲ ਜ਼ਿਆਦਾ ਦੁੱਧ ਦਿੰਦੀ ਉਹ ਕਿੰਨੀ ਕੁ ਐਵਰੇਜ ਦੀ ਦੇ ਰਹੀ ਹੈ ਇਸ ਟਾਈਮ? ਹਾਂਜੀ ਮਾਸ਼ਾਅੱਲਾ ਉਹ ਸਰਦੀਆਂ ਦੇ ਵਿੱਚ ਜਿਹੜੀ ਅੱਛੀ ਤੋਂ ਅੱਛੀ ਮੱਝ ਹੈ ਉਹ 17, 18, 16 ਇਹ ਰੇਂਜ ਹੁੰਦੀ ਹੈ। ਤੇ ਜ਼ਾਹਰੀ ਗੱਲ ਹੈ ਗਰਮੀ ਦੇ ਵਿੱਚ ਚਾਰਾ ਚੇਂਜ ਹੋ ਜਾਂਦਾ ਹੈ, ਇਸ ਵਜ੍ਹਾ ਤੋਂ ਫਿਰ ਦੁੱਧ ਦੀ ਵੀ ਕਮੀ ਮਹਿਸੂਸ ਹੁੰਦੀ ਹੈ। ਤੇ ਹੋਰ ਇਹਨਾਂ ਨੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਿਹੜੀ ਫੀਡ ਯਾਨੀ ਕਿ ਇਹ ਮੌਸਮ ਦੇ ਵਿੱਚ ਤੁਹਾਨੂੰ ਪਤਾ ਹੁਣ ਚਾਰਾ ਨਹੀਂ ਆ ਤੇ ਕਿਹੜੀ ਫੀਡ ਇਸਤੇਮਾਲ ਕਰਦੇ ਇਹਨਾਂ ਨੂੰ ਤੁਹਾਨੂੰ? ਫਿਲਹਾਲ ਅਸੀਂ ਸਰੋਂ ਦੀ ਖਲ ਔਰ ਫੀਡ ਹੈ ਜਿਹੜੀਆਂ ਅੱਜ ਕੱਲ੍ਹ ਨਵੀਆਂ ਬਣਾਈ ਜਾਂਦੀਆਂ ਨੇ KB ਫੀਡ, ਇਸ ਤਰ੍ਹਾਂ ਮੁਖਤਲਿਫ ਫੀਡਾਂ ਨੇ ਉਹ ਅਸੀਂ ਫੀਡ ਇਸਤੇਮਾਲ ਕਰਨੇ ਨੇ। 50 ਮੱਝਾਂ ਵਾਸਤੇ ਕਮ ਤੋਂ ਕਮ 2 ਕਨਾਲ ਜਗ੍ਹਾ 2-2.5 ਕਨਾਲ ਜਗ੍ਹਾ ਹੋਣੀ ਚਾਹੀਦੀ ਹੈ। ਸਾਡੀ ਮਲਕੀਅਤ ਹੈ, ਅਸੀਂ ਇਹਦੀ ਕੋਈ ਕੱਚ ਨਾਪ ਕੇ ਨਹੀਂ ਬਣਾਇਆ, ਬਹਰਹਾਲ ਇਹੀ ਆਪਣਾ ਮਕਸਦ ਹੈ ਕਿ 2 ਕਨਾਲ ਕਾਫੀ। ਤੇ ਇਹ 2 ਕਨਾਲ ਦੇ ਜਿਹੜਾ ਤਕਰੀਬਨ ਸਟਰਕਚਰ ਜਿਹੜਾ ਬਣਾਇਆ ਤੇ ਇਹਦੇ ਤੇ ਮੁਕੰਮਲ ਖਰਚਾ ਕਿੰਨਾ ਕੁ ਆਇਆ? ਇਹ ਕਮ ਤੋਂ ਕਮ 15-16 ਲੱਖ ਰੁਪਇਆ ਬਰਾਮਦਿਆਂ ਦਾ, ਤੁਰਲੀਆਂ ਦਾ ਸਾਰਾ ਇੰਤਜ਼ਾਮ ਇਹਨੇ ਚ ਚੱਲ ਜਾਂਦਾ। ਤੇ ਮਾਸ਼ਾਅੱਲਾ ਤੁਹਾਡਾ ਜਿਹੜਾ ਰੋਜ਼ਾਨਾ ਦਾ ਦੁੱਧ ਹੈ ਰੋਜ਼ਾਨਾ ਦਾ ਦੁੱਧ ਕਿੰਨਾ ਕੁ ਹੋ ਜਾਂਦਾ ਹੁਣ ਜਿਹੜੀਆਂ 20 ਮੱਝਾਂ ਦੁੱਧ ਦੇ ਰਹੀਆਂ? ਹਾਂਜੀ ਇਹਨਾਂ ਮੱਝਾਂ ਦਾ ਦੁੱਧ ਕਮ ਤੋਂ ਕਮ 2.5-3 ਮਣ ਦੁੱਧ ਹੋ ਜਾਂਦਾ ਹੈ। ਤੇ ਇਹਦਾ ਹੁਣ ਮੌਸਮ 'ਚ ਇਹਦਾ ਕੀ ਰੇਟ ਚੱਲ ਰਿਹਾ ਤਕਰੀਬਨ? ਇਹ ਗਰਮੀ ਦਾ ਸੀਜ਼ਨ ਜੇ ਇਹ ਕੋਲ ਸਾਡੇ ਕੋਲ 90 ਰੁਪਏ ਦੁੱਧ ਸਾਡੇ ਕੋਲ ਦੁੱਧ ਹੀ ਖੜਦਾ, ਅਸੀਂ ਫਰੋਖਤ ਨਹੀਂ ਕਰਦੇ, ਦੁੱਧ ਹੀ ਇਸ ਰੇਟ ਚਲੇ ਜਾ ਰਹੇ। ਤੇ ਮਾਸ਼ਾਅੱਲਾ ਤੇ ਇਹਨੇ ਤਕਰੀਬਨ ਕੋਈ ਪਰ ਡੇ ਯਾਨੀ ਕਿ ਕਿੰਨਾ ਕੁ ਖਰਚਾ ਆ ਜਾਂਦਾ ਇੱਕ ਦਿਨ ਦਾ ਇਹਨਾਂ ਦੀ? ਤੇ ਮੋਟਾ ਵੀ ਕੋਈ
ਦੇਖੋ ਫਿਲਹਾਲ ਤੇ ਜਿਹੜਾ ਨਿਜ਼ਾਮ ਮੱਝਾਂ ਇੰਨੀਆਂ ਕਾਫੀ ਤਾਦਾਦ 'ਚ ਮੱਝਾਂ ਨੇ, ਕੋਈ ਸੂਣ ਵਾਲੀਆਂ ਨੇ, ਕਾਫੀ ਮੱਝਾਂ ਸੂਣ ਵਾਲੀਆਂ ਨੇ, ਕਮ ਮੱਝਾਂ ਜਿਹੜੀਆਂ ਨੇ ਉਹ ਖਰਚਾ ਕਰਾ ਰਹੀਆਂ ਨੇ, ਉਹ ਸਾਨੂੰ ਵੀ ਨਿਜ਼ਾਮ ਚਲਾ ਰਹੀਆਂ, ਸਾਡਾ ਵੀ ਔਰ ਦੂਸਰੀਆਂ ਮੱਝਾਂ ਦਾ ਵੀ ਬਿਹਤਰ ਨਿਜ਼ਾਮ ਚੱਲਦਾ। ਤੇ ਨਾਜ਼ਰੀਨ ਤੁਸੀਂ ਵੇਖਿਆ ਉਹਨਾਂ ਦਾ ਮੁਕੰਮਲ ਸੈਟਅਪ ਜਿਹੜਾ ਹੈ, ਉਹ ਤੁਸੀਂ ਉਹਨਾਂ ਕੋਲ ਇਨਫੋਰਮੇਸ਼ਨ ਵੀ ਲਈ ਹੈ, ਪਰ ਡੇ ਖਰਚਾ ਕੀ ਹੈ ਠੀਕ ਹੈ। ਤੇ ਅੱਜ ਹੁਣ ਤੁਹਾਨੂੰ ਉਹਨਾਂ ਦਾ ਹੀ ਮੁਕੰਮਲ ਸੈਟਅਪ ਜਿਹੜਾ ਉਹ ਦਿਖਾਣੇ ਆ। ਇਸ ਟਾਈਮ ਜਿਹੜੀਆਂ ਨਾ ਮੱਝਾਂ ਉਹ ਉਹਨਾਂ ਦੀਆਂ ਤਲਾਬ ਦੇ ਵਿੱਚ ਨੇ, ਤੇ ਉੱਥੇ ਤੁਹਾਨੂੰ ਲੈ ਕੇ ਜਾਂਦੇ ਆ ਤੇ ਦਿਖਾਣੇ ਆ। ਇੱਕ ਤਲਾਬ ਜਿਹੜਾ ਉਹ ਰੱਖਿਆ ਕਿਉਂਕਿ ਇਹ ਤੁਹਾਨੂੰ ਪਤਾ ਹੈ ਇਸ ਟਾਈਮ ਗਰਮੀ ਦਾ ਮੌਸਮ ਚੱਲਦਾ ਹੈ ਬਹੁਤ ਜ਼ਿਆਦਾ, ਤੇ ਉਹ ਹੁਣ ਬਸ ਉਹਨਾਂ ਦੀ ਦੁਪਹਿਰ ਦਾ ਟਾਈਮ ਸੀ ਤੇ ਮੱਝਾਂ ਜਿਹੜੀਆਂ ਉਹਨਾਂ ਤਲਾਬ ਦੇ ਵਿੱਚ ਰੱਖੀਆਂ ਨੇ, ਤੇ ਉਹ ਵੀ ਆਪਣੀ ਨਾਜ਼ਰੀਨ ਨੂੰ ਦਿਖਾਉਂਦੇ ਆ। ਤੇ ਇਹ ਉਹਨਾਂ ਦਾ ਸਟਰਕਚਰ ਹੈ ਠੀਕ ਹੈ, ਮੱਝਾਂ ਵਗੈਰਾ ਜਿਹੜਾ ਨਾ ਨਹਿਲਾਉਣ ਵਾਸਤੇ ਇਹਨਾਂ ਤਲਾਬ ਵਗੈਰਾ ਬਣਾਇਆ ਠੀਕ ਹੈ, ਤੇ ਇਹ ਮੁਕੰਮਲ ਸਿਸਟਮ ਹੈ ਠੀਕ ਹੈ। ਤੇ ਇਹ ਵੇਖੋ ਜਰਾ ਇਹਨਾਂ ਨੂੰ ਪਾਣੀ ਸ਼ਾਨੀ ਵਾਸਤੇ, ਯਾਨੀ ਕਿ ਗਰਮੀ ਦਾ ਮੌਸਮ ਤੁਹਾਨੂੰ ਪਤਾ ਇਸ ਟਾਈਮ ਚੱਲਦਾ ਪਿਆ, ਤੇ ਗਰਮੀ ਤੋਂ ਬਚਾਉਣ ਵਾਸਤੇ ਤੇ ਇਹਨਾਂ ਸਿਸਟਮ ਜਿਹੜਾ ਨਾ ਉਹ ਪਾਣੀ ਸ਼ਾਨੀ ਦਾ ਆਪਣੀ ਹਵੇਲੀ ਦੇ ਵਿੱਚ ਹੀ ਨਾ ਮੁਕੰਮਲ ਜਿਹੜਾ ਨਾ ਉਹ ਸਟਰਕਚਰ, ਯਾਨੀ ਕਿ ਉਹਨਾਂ ਦੀ ਮੁਕੰਮਲ ਜ਼ਮੀਨ ਹੈ, ਉਹ ਜ਼ਮੀਨ ਦੇ ਵਿੱਚ ਹੀ ਨਾ ਉਹਨਾਂ ਆਪਣਾ ਜਿਹੜਾ ਨਾ ਮੁਕੰਮਲ ਜਿਹੜਾ ਨਾ ਸਟਰਕਚਰ ਰੱਖਿਆ। ਇਹ ਨਾਜ਼ਰੀਨ ਤੁਸੀਂ ਵੇਖਿਆ ਠੀਕ ਹੈ। ਤੇ ਆਪਣਾ ਭਾਈ ਨੇ ਸਾਡੇ ਫਾਰਮਰ ਨੇ, ਉਹਨਾਂ ਦਾ ਨਾ ਸਾਰੀ ਜਿਹੜੀ ਹੈ ਨਾ ਬਫਲੋ ਦਾ ਅਗਰ ਕੋਈ ਹਾਈ ਲੈਵਲ ਤੇ ਕਾਰੋਬਾਰ ਕਰਨਾ ਚਾਹ ਰਿਹਾ, 50 ਜਿਹੜੀਆਂ ਨਾ ਬਫਲੋ, ਉਹਨਾਂ ਵਾਸਤੇ ਕਿੰਨਾ ਸਟਰਕਚਰ ਹੋਣਾ ਚਾਹੀਦਾ, ਕੀ ਉਹਨਾਂ ਵਾਸਤੇ ਰਿਕੁਆਇਰ ਹੈ, ਮੁਕੰਮਲ ਇਨਫੋਰਮੇਸ਼ਨ ਹਾਂ ਆਪਣੇ ਨਾਜ਼ਰੀਨ ਨਾਲ ਸ਼ੇਅਰ ਕੀਤੀ ਹੈ ਠੀਕ ਹੈ। ਤੇ ਹੁਣ ਅਸੀਂ ਮੈਂ ਤੁਹਾਨੂੰ ਪਤਾ ਹੀ ਮੈਂ ਆਪਣਾ ਅੱਜ ਅਬਾਈ ਏਰੀਆ 'ਚ ਆਇਆ, ਮੁਕੰਮਲ ਇਨਫੋਰਮੇਸ਼ਨ ਹੋਰ ਵੀ ਮਜ਼ੀਦ ਅਗਰ ਕੋਈ ਚੀਜ਼ ਇਹ ਪੁੱਛਣੀ ਹੋਏ ਤੇ ਉਹ ਜ਼ਰੂਰ ਕਮੈਂਟ ਕਰੇ, ਅਸੀਂ ਉਹਨੂੰ ਉਹਦਾ ਜਵਾਬ ਦੇਵਾਂਗੇ, ਭਾਈਆਂ ਨਾਲ ਕੋਈ ਵੀ ਪੁੱਛਾਂਗੇ ਠੀਕ, ਉਹਦਾ ਜਵਾਬ ਜਿਹੜਾ ਉਹਨੂੰ ਜ਼ਰੂਰ ਸ਼ੇਅਰ ਕਰਾਂਗੇ। ਇਸੇ ਦੇ ਨਾਲ ਅਗਰ ਤੁਸੀਂ ਇੱਕ ਦਫਾ ਫੇਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ, ਤਾਂ ਕਿ ਹਰ ਨਈ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ, ਤੁਸੀਂ ਉਹਦੇ ਤੋਂ ਇਸ ਤਰ੍ਹਾਂ ਦੀਆਂ ਜ਼ਿਆਦਾ ਇਨਫੋਰਮੇਸ਼ਨ ਹਾਸਲ ਕਰ ਸਕੋ ਤੇ ਤੁਸੀਂ ਅੱਛਾ ਜਿਹਾ ਕੋਈ ਕਾਰੋਬਾਰ ਕਰ ਸਕੋ। ਕਿਉਂਕਿ ਇਸ ਟਾਈਮ ਤੁਹਾਨੂੰ ਪਤਾ ਹੈ ਜਿਹੜੇ ਨਾ ਓਵਰਸੀਜ਼ ਉਹ ਐਡਾ ਕੋਈ ਸੈਟਅਪ ਅੱਛਾ ਨਹੀਂ ਹੈ। ਇੱਥੇ ਉਹਨਾਂ ਮਾਸ਼ਾਅੱਲਾ ਅਗਰ 50 ਮੱਝਾਂ ਦੁੱਧ ਦੇ ਰਹੀਆਂ ਤੇ ਉਹਨਾਂ ਦਾ 5-6 ਲੱਖ ਮੰਥਲੀ ਇਨਕਮ ਹੈ, ਤੇ ਤਕਰੀਬਨ ਲੱਖ ਡੇਢ ਵੀ ਜਿਹੜਾ ਨਾ ਅਗਰ ਖਰਚਾ ਵੀ ਆਉਂਦਾ ਤੇ 4-5 ਲੱਖ ਮੈਂ ਨਹੀਂ ਮੰਨਦਾ ਕਿ ਓਵਰਸੀਜ਼ ਜਿਹੜੇ ਨਾ ਉਹ ਕਮਾ ਲੈਣ। ਤੇ ਆਪਣੇ ਓਵਰਸੀਜ਼ ਜਿਹੜੇ ਭਾਈ ਨੇ ਜਾਂ ਇੱਥੇ ਕੋਈ ਜਿਹੜੇ ਕੋਈ 50-60 ਲੱਖ ਜਿਹੜਾ ਕੋਈ ਅਫੋਰਡ ਕਰ ਸਕਦੇ ਨੇ, ਉਹ ਇਹ ਕਾਰੋਬਾਰ ਸ਼ੁਰੂ ਕਰਨ, ਕਿਉਂਕਿ ਇਸ ਕਾਰੋਬਾਰ 'ਚ ਮਾਸ਼ਾਅੱਲਾ ਬੜਾ ਜਿਹਾ ਵਾਧਾ ਵੀ ਹੋ ਸਕਦਾ ਤੇ ਫਾਇਦਾ ਵੀ, ਕਿਉਂਕਿ ਇਹਨਾਂ ਦੇ ਬਛੜੇ ਨੇ ਉਹ ਵੀ ਨਾਲ ਉਹਨੂੰ ਹੀ ਵਾਧਾ ਕਹਿੰਦੇ ਠੀਕ ਹੈ। ਇਸੇ ਦੇ ਨਾਲ ਸੋਨੀ ਬਾਈ ਦੇ ਚੈਨਲ ਦੇ ਟੀਮ ਨੂੰ ਦਿਓ ਇਜਾਜ਼ਤ, ਇਨਸ਼ਾਅੱਲਾ ਇੱਕ ਨਈ ਵੀਡੀਓ ਦੇ ਨਾਲ ਮਿਲਾਂਗੇ। ਅੱਲਾਹ ਹਾਫਿਜ਼।